ਹੈਲੋ ਸਟੂਡੈਂਟਸ 8th ਕਲਾਸ ਦੇ ਸਟੂਡੈਂਟਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਡਲ ਟੈਸਟ ਪੇਪਰ ਸਾਇੰਸ ਕਲਾਸ 8th ਲੈ ਕੇ ਆਏ ਹਾਂ ਇੰਗਲਿਸ਼ ਮੀਡੀਅਮ ਵਿੱਚ। ਪੰਜਾਬੀ ਮੀਡੀਅਮ ਵਿੱਚ ਵੀ ਜਲਦ ਹੀ ਚੈਨਲ 'ਤੇ ਵੀਡੀਓ ਜਿਹੜੀ ਅਪਲੋਡ ਕਰ ਦਿੱਤੀ ਜਾਏਗੀ, ਠੀਕ ਹੈ। ਸੋ ਆਓ ਸ਼ੁਰੂ ਕਰਦੇ ਹਾਂ ਪੇਪਰ ਨੂੰ। ਪਰ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਲਾਈਕ ਕਰ ਦੇਣਾ। ਅਤੇ ਆਓ ਅੱਜ ਦੇ ਪੇਪਰ ਨੂੰ ਕਰਦੇ ਹਾਂ ਸਟਾਰਟ। ਕਹਿੰਦਾ ਅਟੈਂਪਟ ਦਾ ਫੋਲੋਇੰਗ ਮਲਟੀਪਲ ਚੋਇਸ ਕੁਐਸਚਨਸ, ਜਿਹਦੇ ਵਿੱਚ ਹੈਗਾ ਬਰੋਡਕਾਸਟਿੰਗ ਇਜ਼ ਦਾ ਮੈਥਡ ਆਫ, ਠੀਕ ਹੈ। ਤਾਂ ਇਹ ਕਿਹੜਾ ਮੈਥਡ ਹੈ ਬਰੋਡਕਾਸਟਿੰਗ, ਤਾਂ ਇਹ ਮੈਥਡ ਤੁਹਾਡੇ ਕੋਲ ਆ ਜਾਣਾ ਜੀ ਸੋਇੰਗ ਦਾ, ਠੀਕ ਹੈ। ਵਿਚ ਵਨ ਆਫ ਦੀਜ਼ ਕੈਨ ਮੇਕ ਇਟਸ ਓਨ ਫੂਡ, ਐਲਗੀ। ਥਰਡ ਹੈਗਾ ਆਪਣੇ ਕੋਲ ਕਹਿੰਦਾ ਚੂਜ਼ ਰੀਨਿਊਏਬਲ ਐਨਰਜੀ ਰਿਸੋਰਸ। ਰੀਨਿਊਏਬਲ ਐਨਰਜੀ ਰਿਸੋਰਸ ਦਾ ਮਤਲਬ ਹੋ ਗਿਆ ਉਹ ਊਰਜਾ ਜਿਹਨੂੰ ਅਸੀਂ ਦੁਬਾਰਾ ਉਤਪੰਨ ਕਰ ਸਕੀਏ। ਸੋ ਦੇਖੋ ਜਿਹੜਾ ਕੋਲਾ ਆ ਇਹਨੇ ਕਦੀ ਨਾ ਕਦੀ ਖ਼ਤਮ ਹੋ ਜਾਣਾ, ਪੈਟਰੋਲ ਆ ਪੈਟਰੋਲ ਨੇ ਵੀ ਹੋ ਜਾਣਾ, ਨੈਚੁਰਲ ਰਿਸੋਰਸਿਸ ਜਿੱਦਾਂ ਪਾਣੀ ਆ ਅਤੇ ਹੋਰ ਜੰਗਲ ਆ ਇਹ ਵੀ ਹੌਲੀ ਹੌਲੀ ਖ਼ਤਮ ਹੁੰਦੇ ਪਏ ਆ। ਵਿੰਡ ਪਰ ਜਿਹੜੀ ਹਵਾ ਆ ਹਵਾ ਨਹੀਂ ਖ਼ਤਮ ਹੋ ਸਕਦੀ, ਮਤਲਬ ਹਵਾ ਤੋਂ ਦੁਬਾਰਾ ਐਨਰਜੀ ਬਣਾਈ ਜਾ ਸਕਦੀ ਆ, ਕਿਉਂਕਿ ਪੈਟਰੋਲ ਖ਼ਤਮ ਹੋ ਗਿਆ ਤਾਂ ਫਿਰ ਆਪਾਂ ਐਨਰਜੀ ਕਿੱਥੋਂ ਬਣਾਉਂਗੇ। ਨੈਚੁਰਲ ਰਿਸੋਰਸਿਸ ਹੀ ਮੁੱਕ ਗਏ, ਜੇ ਪਾਣੀ ਮੁੱਕ ਗਿਆ ਤਾਂ ਪਾਣੀ ਤੋਂ ਅਸੀਂ ਜਿਹੜੀ ਬਿਜਲੀ ਤਿਆਰ ਕਰਦੇ ਉਹ ਵੀ ਨਹੀਂ ਹੋਣੀ ਆ, ਕੋਲੇ ਤੋਂ ਵੀ ਜਿੰਨਾ ਕੰਮ ਹੁੰਦਾ ਆ ਉਹ ਨਹੀਂ ਹੋ ਪਾਉਣਾ। ਸੋ ਵਿੰਡ ਇਜ਼ ਦਾ ਰਾਈਟ ਆਂਸਰ ਆ ਜਾਏਗਾ। ਫੋਰਥ ਦੇਖੋ ਕਹਿੰਦਾ ਬਰਨਿੰਗ ਆਫ CNG ਇਜ਼ ਐਨ ਐਗਜ਼ਾਮਪਲ ਆਫ ਰੈਪਿਡ ਕੰਬਸਸ਼ਨ, ਠੀਕ ਹੈ। ਰੈਪਿਡ ਦਾ ਮਤਲਬ ਹੁੰਦਾ ਅਚਾਨਕ। ਕਹਿੰਦਾ ਦਾ ਫਿਊਜ਼ਨ ਆਫ ਸਪਰਮ ਐਂਡ ਐਗ ਇਜ਼ ਪ੍ਰੋਡਿਊਸ, ਕਿ ਇਹ ਆ ਜਾਣਾ ਤੁਹਾਡੇ ਕੋਲ 5th ਕੁਐਸਚਨ ਹੈ ਨਾ, ਇਹਦਾ ਆ ਜਾਣਾ ਜ਼ਾਇਗੋਟ, ਠੀਕ ਹੈ। ਫਿਰ ਕਹਿੰਦਾ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ ਸੈਲੀਬਰੇਟਡ, ਡੇਟ ਦੱਸਣੀ ਆ ਤੁਸੀਂ ਕਿਹੜੀ ਆ। ਸੋ ਇਹ ਤੁਹਾਡੇ ਕੋਲ ਆ ਜਾਣਾ ਆ ਡੀ ਆਪਸ਼ਨ, ਯਾਨੀ ਕਿ 22 ਮਈ ਇਹ ਡੇਟ ਆ। ਡੇਟ ਨੂੰ ਜ਼ਰੂਰ ਯਾਦ ਰੱਖਣਾ ਸਾਰਿਆਂ ਨੇ, ਓਕੇ। ਡੈਫੀਸ਼ੈਂਸੀ ਆਫ ਆਇਓਡੀਨ ਇਜ਼ ਇਨ ਡਾਇਟ ਕਾਜ਼ਸ ਗੋਇਟਰ, ਠੀਕ ਆ। ਇਹ ਡਿਸੀਜ਼ ਆ ਜਿਹੜੀ ਕਿ ਆਇਓਡੀਨ ਦੀ ਕਮੀ ਕਰਕੇ ਹੁੰਦੀ ਆ। ਫਿਰ ਹੈਗਾ ਆਪਣੇ ਕੋਲ ਕਹਿੰਦਾ ਯੂਨਿਟ ਆਫ ਪ੍ਰੈਸ਼ਰ, ਪ੍ਰੈਸ਼ਰ ਦਾ ਯੂਨਿਟ ਕੀ ਹੋ ਜਾਣਾ ਪਾਸਕਲ, ਠੀਕ ਹੈ। ਵਿਚ ਟਾਈਪ ਆਫ ਫ੍ਰਿਕਸ਼ਨ ਇਜ਼ ਗ੍ਰੇਟੈਸਟ, ਸਟੈਟਿਕ ਫ੍ਰਿਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਆ, ਠੀਕ। ਸਾਊਂਡ ਕੈਨ ਟਰੈਵਲ ਇਨ ਸੋਲਿਡਸ ਓਨਲੀ, ਲਿਕਵਿਡ ਓਨਲੀ, ਗੈਸਿਸ ਓਨਲੀ, ਜਾਂ ਇਹ ਸਾਰੇ। ਸੋ ਆਲ ਆ ਜਾਣਾ ਇਸ ਦਾ ਆਨਸਰ, ਠੀਕ। ਸੋ ਗੱਲ ਕਰਦੇ ਹਾਂ ਪਲੱਸ ਆਪਣੇ ਕੋਲ 11th ਕੁਐਸਚਨ ਦੀ। ਕਹਿੰਦਾ ਰਿਮ ਆਫ ਵਹੀਕਲ ਇਜ਼ ਕੋਟਡ ਵਿਦ ਕ੍ਰੋਮੀਅਮ, ਠੀਕ ਹੈ। ਚਾਰਜ ਇਜ਼ ਪ੍ਰੋਡਿਊਸ ਬਾਏ ਦਾ ਟਰਾਂਸਫਰ ਆਫ, ਜਿਹੜਾ ਚਾਰਜ ਆ ਉਹ ਪ੍ਰੋਡਿਊਸ ਹੁੰਦਾ ਕਿਹਦੇ ਟਰਾਂਸਫਰ ਦੁਆਰਾ, ਇਲੈਕਟ੍ਰੋਨਸ ਦੇ ਟਰਾਂਸਫਰ ਦੁਆਰਾ, ਠੀਕ ਹੈ। ਫਿਰ ਹੈਗਾ ਆ ਵਿਚ ਇਜ਼ ਯੂਜ਼ਡ ਟੂ ਸੀ ਬਿਊਟੀਫੁਲ ਪੈਟਰਨ। ਇਹਨਾਂ ਵਿੱਚੋਂ ਅਸੀਂ ਕਿਹਨੂੰ ਯੂਜ਼ ਕਰਾਂਗੇ ਬਿਊਟੀਫੁਲ ਪੈਟਰਨ ਦੇਖਣ ਨੂੰ। ਇਹ ਵਾਲੀ ਆਪਸ਼ਨ ਸਹੀ ਹੈ ਕੈਲੇਡੋਸਕੋਪ, ਠੀਕ ਆ। ਸੋ ਅਗਲਾ ਹੈਗਾ ਆ ਅਰਥ ਵਾਰਮ ਇਜ਼ ਯੂਜ਼ਡ ਫॉर ਪ੍ਰਪੇਅਰਿੰਗ, ਕਿਹਦੇ ਵਾਸਤੇ ਅਰਥ ਵਾਰਮ ਦੀ ਜਿਹੜੀ ਆ ਉਹ ਯੂਜ਼ ਕੀਤੀ ਜਾਂਦੀ ਆ। ਸੋ ਇਹ ਤੁਹਾਡੇ ਕੋਲ ਆ ਜਾਣਾ ਜੀ ਵਰਮੀ ਕੰਪੋਸਟ ਲਈ, ਠੀਕ ਆ। ਲਾਸਟ ਆ ਬਾਈਨਰੀ ਫਿਜ਼ਨ ਟੇਕ ਪਲੇਸ, ਜਿਹੜਾ ਬਾਈਨਰੀ ਫਿਜ਼ਨ ਹੈ ਇਹਦੇ ਵਿੱਚ ਟੇਕ ਪਲੇਸ ਕਰਦਾ ਆ ਅਮੀਬਾ ਦੇ ਵਿੱਚ, ਕਿਹਦੇ ਵਿੱਚ ਅਮੀਬਾ ਦੇ ਵਿੱਚ ਬਾਈਨਰੀ ਫਿਜ਼ਨ ਹੁੰਦਾ ਆ। ਇਸ ਦਾ ਮਤਲਬ ਇਹ ਆ ਕਿ ਜਿੱਦਾਂ ਇੱਦਾਂ ਅਮੀਬਾ ਹੈ ਨਾ, ਉਹ ਇੱਕ ਅਮੀਬਾ ਨੇ ਅੱਗੇ 2 ਡਾਟਰ ਸੈੱਲ ਦੇ ਵਿੱਚ ਟੁੱਟ ਜਾਣਾ ਕੁਛ ਇਸ ਤਰੀਕੇ ਨਾਲ, ਠੀਕ ਹੈ। ਹੁਣ ਆਓ ਮੈਚ ਕਰ ਲਈਏ। ਮੈਚ ਤਾਂ ਚਲੋ ਸੌਖਾ ਹੀ ਆ। ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਉਹ ਤੁਸੀਂ ਲਿਖੋਗੇ ਫੋਰਸ ਅਪੋਨ ਏਰੀਆ, ਯਾਦ ਵੈਸੇ ਵੀ ਰਹਿ ਜਾਣਾ ਕਿਉਂ ਪ੍ਰੈਸ਼ਰ ਆ ਤਾਂ ਪ੍ਰੈਸ਼ਰ ਦਾ ਫਾਰਮੂਲਾ ਹੀ ਆਏਗਾ। ਪੈਨਕ੍ਰੀਆਸ ਦਾ ਜਾਣਾ ਇਨਸੂਲਿਨ, ਕਿਉਂਕਿ ਪੈਨਕ੍ਰੀਆਸ ਵਿੱਚ ਕੀ ਬਣਦਾ ਇਨਸੂਲਿਨ। ਗਲਾਸ, ਗਲਾਸ ਕੀ ਆਏਗਾ ਆਪਣੇ ਕੋਲ ਨੋਨ ਕੰਬਸਟੇਬਲ। ਫਿਰ ਹੈਗਾ ਆ ਨੋਕਚਰਨਲ ਐਨੀਮਲ, ਉਹ ਕਿਹੜਾ ਆ ਜਾਣਾ ਆਪਣੇ ਕੋਲ ਆਉਲ। ਅਤੇ HIV ਕੀ ਹੈ ਇੱਕ ਵਾਇਰਸ ਆ, ਠੀਕ ਹੈ। ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ। ਪਹਿਲੇ ਦਾ ਇਹ ਆ ਜਾਏਗਾ, ਇਹ ਹੈਗਾ ਪਹਿਲੇ ਦਾ। ਪੈਨਕ੍ਰੀਆਸ ਦਾ ਜਾਣਾ ਇਨਸੂਲਿਨ ਇਹ 2 ਨੰਬਰ, ਗਲਾਸ ਦਾ ਆ ਜਾਣਾ ਆਹ 3, HIV ਆ ਜਾਣਾ 5 ਅਤੇ ਆ ਜਾਣਾ 4। ਫਿਲ ਇਨ ਦੀ ਬਲੈਂਕਸ ਦੇਖੋ ਕਹਿੰਦਾ ਮਾਈਗ੍ਰੇਟਰੀ ਬਰਡਸ ਕਮ ਇਨ ਇੰਡੀਆ ਇਨ ਡੈਸ਼ ਸੀਜ਼ਨ, ਜਿਹੜੇ ਆਹ ਪ੍ਰਵਾਸੀ ਪੰਛੀ ਹੈ ਕਿਸ ਸੀਜ਼ਨ ਵਿੱਚ ਆਉਂਦੇ ਆ ਜੀ ਵਿੰਟਰ। ਪ੍ਰਵਾਸੀ ਪੰਛੀ ਤੁਸੀਂ ਦੇਖਿਓ ਸਰਦੀਆਂ ਦੇ ਵਿੱਚ ਇੱਥੇ ਆ ਜਾਂਦੇ ਆ। ਫਿਰ ਹੈਗਾ ਡੈਸ਼ ਪਾਰਟ ਆਫ ਦਾ ਫਲੇਮ ਇਜ਼ ਦਾ ਹੋਟੈਸਟ, ਇਹ ਹੁੰਦੀ ਆ ਆਊਟਰ ਮੋਸਟ ਪਾਰਟ, ਆਊਟਰ ਮੋਸਟ ਪਾਰਟ। ਜਾਂ ਫਿਰ ਜੇ ਤੁਸੀਂ ਹੋਰ ਲਿਖਣਾ ਤੁਸੀਂ ਲਿਖ ਸਕਦੇ ਹੋ ਟਿਪ, ਕੀ ਲਿਖ ਦੇਣਾ ਟਿਪ ਆਫ ਫਲੇਮ, ਠੀਕ। ਸੋ ਇਸ ਤੋਂ ਬਾਅਦ ਦੇਖੋ ਕਹਿੰਦਾ ਰਬਿੰਗ ਬੋਥ ਹੈਂਡ ਪ੍ਰੋਡਿਊਸਿਸ ਡੈਸ਼ ਹੀਟ, ਕਿਉਂ ਡਿਊ ਟੂ ਫ੍ਰਿਕਸ਼ਨ। ਫਿਰ ਕਹਿੰਦਾ ਏਅਰ ਇਨ ਮੋਸ਼ਨ ਇਜ਼ ਕੋਲਡ, ਜਦੋਂ ਏਅਰ ਵਿੰਡ ਉਹਦੇ ਵਿੱਚ ਹੋਵੇ ਨਾ ਤਾਂ ਮੋਸ਼ਨ ਦੇ ਵਿੱਚ ਹੋਏ ਉਹਨੂੰ ਅਸੀਂ ਵਿੰਡ ਕਹਿ ਦਈਦਾ ਆ, ਠੀਕ।
ਫਿਰ ਹੈਗਾ ਆ ਕ੍ਰੌਪਸ ਇਜ਼ ਗਰੋਨ ਇਨ ਵਿੰਟਰ। ਮੈਂ ਨਹੀਂ ਕਹਿੰਦਾ ਬੇਟਾ ਕਿ ਇਹੀ ਕੁਐਸਚਨ ਤੁਹਾਨੂੰ ਆਉਣ, ਪਰ ਕੀ ਪਤਾ ਇਹਦੇ ਵਿੱਚੋਂ ਕਾਫੀ ਕੁਐਸਚਨ ਆ ਜਾਣ, ਜਾਂ ਹੋ ਸਕਦਾ ਕਿ ਇਹੀ ਕੁਐਸਚਨਾਂ ਨੂੰ ਚੇਂਜ ਕਰਕੇ ਜਾਂ ਫਿਰ ਇਹਨਾਂ ਦੀ ਸਟੇਟਮੈਂਟ ਚੇਂਜ ਕਰਕੇ ਤੁਹਾਨੂੰ ਪਾ ਦਿੱਤੀ ਜਾਏ, ਹੈ ਨਾ। ਅਤੇ ਇੰਪੋਰਟੈਂਟ ਤਾਂ ਹੈ ਪੇਪਰ ਇਹ। ਮੈਂ ਨਾਲੇ ਇਹ ਵੀ ਗੱਲ ਜ਼ਰੂਰ ਕਹੂੰਗਾ ਕਿ ਤਿਆਰੀ ਜ਼ਰੂਰ ਕਰ ਲਿਓ ਆਪਣੀ ਨਾਲ ਦੀ ਨਾਲ, ਠੀਕ ਹੈ। ਹਰ ਪੇਪਰ ਵਿੱਚ ਮੈਂ ਕਹਿੰਦਾ ਸੋ ਤਿਆਰੀ ਨਾਲ ਦੀ ਨਾਲ ਆਪਣੀ ਕਿਤਾਬ ਤੋਂ, ਕਾਪੀ ਤੋਂ ਜਿੰਨਾ ਤੁਸੀਂ ਸਿਲੇਬਸ ਕਰ ਸਕਦੇ ਆ ਉਨਾ ਕਰ ਲੈਣਾ। ਸੈਂਪਲ ਪੇਪਰ ਸਿਰਫ ਤੁਹਾਡੀ ਪ੍ਰੈਕਟਿਸ ਲਈ ਹੁੰਦਾ, ਸੋ ਇਹਨੂੰ ਪ੍ਰੈਕਟਿਸ ਦੇ ਤੌਰ 'ਤੇ ਹੀ ਵਰਤਣਾ। ਕ੍ਰੌਪਸ ਗਰੋਨ ਇਨ ਵਿੰਟਰ ਇਜ਼ ਕਾਲਡ ਰੱਬੀ, ਠੀਕ ਆ, ਰੱਬੀ। ਅਤੇ ਜਿਹੜੀ ਰੇਨੀ ਸੀਜ਼ਨ ਵਿੱਚ ਉਹ ਖਾਰਿਫ, ਠੀਕ ਆ। ਫਿਰ ਹੈਗਾ ਆ ਫੰਜਾਈ ਲਾਈਕ ਡੈਸ਼ ਕੋਜ਼ ਫੂਡ ਪੋਇਜ਼ਨਿੰਗ। ਸੋ ਇਹਦਾ ਜਿਹੜਾ ਆਪਣੇ ਕੋਲ ਇੱਥੇ ਆਂਸਰ ਲਿਖਿਆ ਐਸਪਰਜੀਲੀਅਸ, ਠੀਕ ਹੈ, ਐਸਪਰਜੀਲੀਅਸ ਇਹ ਆ ਜਾਣਾ ਫੰਜਾਈ ਵਾਲੇ ਦਾ ਆਂਸਰ, ਠੀਕ। ਫਿਰ ਕਹਿੰਦਾ ਆਪਣੇ ਕੋਲ ਬਰਨਿੰਗ ਆਫ ਕੋਲ ਇਨ ਪ੍ਰੋਡਿਊਸ ਡੈਸ਼ ਗੈਸ CO2। ਦੇਖੋ ਹੈ ਆਪਣੇ ਕੋਲ ਕਾਰਬਨ ਡਾਈਆਕਸਾਈਡ, ਹਾਂਜੀ ਆ ਦੇਖੋ ਆ ਥੱਲੇ ਆਪਸ਼ਨਾਂ ਦਿੱਤੀਆਂ ਸੀਗੀਆਂ ਤੁਹਾਨੂੰ, ਤੁਸੀਂ ਉਹੀ ਚੱਕ ਫਿਲ ਕਰਨੀ ਸੀ, ਠੀਕ। ਫਿਰ ਹੈਗਾ ਆ ਆਪਣੇ ਕੋਲ ਹਰਟਜ਼ ਇਜ਼ ਦਾ ਯੂਨਿਟ ਆਫ ਫ੍ਰੀਕੁਐਂਸੀ, ਫ੍ਰੀਕੁਐਂਸੀ, ਠੀਕ। ਸੋ ਫ੍ਰੀਕੁਐਂਸੀ ਦੇ ਸਪੈਲਿੰਗ ਦੇਖ ਲਓ ਜਿਹੜੇ ਤੁਹਾਨੂੰ ਇੱਥੇ ਦਿੱਤੇ ਗਏ ਆ, ਠੀਕ। ਸੋ ਫਿਰ ਤੁਹਾਡੇ ਕੋਲ ਹੈਗਾ ਫ੍ਰੀਕੁਐਂਸੀ ਤੋਂ ਬਾਅਦ ਦਾ ਕੈਮੀਕਲ ਸਬਸਟਾਂਸ ਸੀਕ੍ਰੇਟਡ ਬਾਏ ਦਾ ਗਲੈਂਡਸ। ਇਹ ਕੀ ਹੁੰਦੇ ਆ? ਹਾਰਮੋਨਸ, ਹਾਰਮੋਨਸ, ਠੀਕ। ਫਿਰ ਹੈਗਾ ਆ ਤੁਹਾਡੇ ਕੋਲ ਕੀ ਇਲੈਕਟ੍ਰਿਕ ਟੈਸਟਰ ਯੂਜ਼ ਡੈਸ਼ ਇਫੈਕਟ ਆਫ ਕਰੰਟ, ਹੀਟਿੰਗ ਇਫੈਕਟ। ਦੇਖੋ ਇਹੀ ਤੁਹਾਡੇ ਕੋਲ ਉੱਥੇ ਆਪਸ਼ਨ ਦਿੱਤੀ ਆ, ਹੀਟਿੰਗ, ਠੀਕ। ਅਤੇ ਯਾਰ ਇਹ ਹਾਰਮੋਨਸ ਦਾ ਸਪੈਲਿੰਗ, ਠੀਕ ਆ, ਇਹ ਤੁਸੀਂ ਦੇਖ ਲੈਣਾ। ਅਤੇ ਇਸ ਤੋਂ ਬਾਅਦ ਆ ਜੋ ਆਪਣੇ ਕੋਲ ਟਰੂ ਫਾਲਸ ਦੇ ਉੱਤੇ, ਟਰੂ ਫਾਲਸ ਜਿਹੜੇ ਹੈਗੇ ਆ ਇਹ ਕਿੰਨੇ ਆ? 5 ਹੀ ਆ ਮੇਰਾ ਖਿਆਲ। ਸੋ ਫਟਾਫਟ ਇਹਨਾਂ ਨੂੰ ਵੀ ਕਰ ਲਈਏ। ਤਾਂ ਕਹਿੰਦਾ CNG ਇਜ਼ ਮੋਰ ਪੋਲਿਊਟਿੰਗ ਦੈਨ ਡੀਜ਼ਲ। ਦੇਖੋ CNG ਇੱਕ ਨੈਚੁਰਲ ਗੈਸ ਹੈ ਤਾਂ ਡੀਜ਼ਲ ਤੋਂ ਵੀ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਕਰੇਗੀ। ਸੋ ਇਹ ਆ ਜਿਹੜਾ ਆਪਣੇ ਕੋਲ ਗਲਤ ਹੈ, ਯਾਨੀ ਕਿ ਫਾਲਸ। ਐਨੀਮਲ ਵਿਚਲੇ ਐਗਜ਼ ਆਰ ਕਾਲਡ ਓਵੀਪੋਰਸ। ਜਿਹੜੇ ਐਨੀਮਲ ਐਗ ਪ੍ਰੋਡਿਊਸ ਕਰਦੇ ਆ ਕਿ ਉਹ ਓਵੀਪੋਰਸ ਕਹਿਲਾਉਂਦੇ ਆ, ਠੀਕ ਆ, ਟਰੂ, ਠੀਕ। ਪਹਿਲਾ ਫਾਲਸ, ਦੂਜਾ ਟਰੂ। ਥਰਡ ਆ ਓਇਲਿੰਗ ਐਂਡ ਗਰੀਸਿੰਗ ਮਿਨੀਮਾਈਜ਼ ਦਾ ਫ੍ਰਿਕਸ਼ਨ। ਇਹ ਵੀ ਬਿਲਕੁਲ ਠੀਕ ਆ, ਓਇਲਿੰਗ ਅਤੇ ਗਰੀਸਿੰਗ ਨਾਲ ਫ੍ਰਿਕਸ਼ਨ ਘੱਟ ਜਾਂਦੀ ਆ। ਇਲੈਕਟ੍ਰੋਪਲੇਟਿੰਗ ਯੂਜ਼ਿਜ਼ ਹੀਟਿੰਗ ਇਫੈਕਟ ਆਫ ਕਰੰਟ। ਇਹ ਆ ਜਾਣਾ ਆਪਣੇ ਕੋਲ ਫਾਲਸ, ਠੀਕ ਆ, ਗਲਤ। ਫਿਰ ਲਾਸਟ ਆ ਡੂ ਨਾਟ ਯੂਜ਼ ਐਨ ਅੰਬਰੇਲਾ ਡਿਊਰਿੰਗ ਲਾਈਟਨਿੰਗ। ਸੋ ਇਹ ਵੀ ਆਪਣੇ ਕੋਲ ਕੀ ਆ? ਟਰੂ, ਯਾਨੀ ਕਿ ਸਹੀ। ਡੂ ਐਨੀ 12 ਕੁਐਸਚਨ, ਇਹਨਾਂ ਦੇ ਵਿੱਚ ਤੁਸੀਂ 12 ਕੁਐਸਚਨਾਂ ਨੂੰ ਅਟੈਂਪਟ ਕਰਨਾ ਹੈ। ਕਹਿੰਦਾ ਡਿਫਾਈਨ ਵੀਡਸ, ਨੇਮ ਐਨੀ 2 ਵੀਡਸ, ਯਾਨੀ ਕਿ ਵੀਡਸ ਕੀ ਹੁੰਦੇ ਆ? ਸੋ ਅਨਵਾਂਟਡ ਪਲਾਂਟਸ ਜਿਹੜੇ ਉਗ ਜਾਂਦੇ ਉਹਨਾਂ ਨੂੰ ਅਸੀਂ ਵੀਡਸ ਕਹਿੰਦੇ ਆ, ਠੀਕ ਆ। ਐਗਜ਼ਾਮਪਲ ਦੇ ਦਿਓ, ਗਰਾਸ ਜਾਂ ਫਿਰ ਆ ਜਿਹੜੀ ਅਲਗੀ ਉਲਗੀ ਉਗ ਜਾਂਦੀ ਹੈ ਇਹਦੀ ਐਗਜ਼ਾਮਪਲ ਦੇ ਦੇਣੀ ਆ। ਨੇਮ ਐਨੀ 2 ਡਿਸੀਜ਼ਿਜ਼ ਕਾਜ਼ਿਜ਼ ਬਾਈ ਬੈਕਟੀਰੀਆ ਇਨ ਕੈਟਲ। ਲਿਸਟ 2 ਕੰਡੀਸ਼ਨ ਅੰਡਰ ਕੰਬਸ਼ਨ ਟੇਕ ਪਲੇਸ। ਤੋਂ ਤੁਸੀਂ ਇਹਦੀ ਕੰਡੀਸ਼ਨ ਲਿਖ ਸਕਦੇ ਹੋ, ਪ੍ਰੈਜ਼ੈਂਸ ਆਫ ਆਕਸੀਜਨ, ਪ੍ਰੈਜ਼ੈਂਸ ਆਫ ਫਿਊਲ। ਰਾਈਟ ਟੂ ਕੋਜ਼ ਆਫ ਡੀਫੋਰੈਸਟੇਸ਼ਨ, ਅਰਬਨਾਈਜੇਸ਼ਨ ਲਿਖ ਲਓ, ਯਾਨੀ ਕਿ ਸ਼ਹਿਰੀਕਰਨ। ਦੂਜਾ ਲਿਖ ਲਓ ਡੀਫੋਰੈਸਟੇਸ਼ਨ ਲਈ ਲਿਖ ਲਓ ਅਰਬਨਾਈਜੇਸ਼ਨ। ਅਤੇ ਦੂਜਾ ਲਿਖ ਲਓ ਇਨਕਰੀਜ਼ਿੰਗ ਆਫ ਪਾਪੂਲੇਸ਼ਨ, ਠੀਕ ਆ। ਡਿਫਾਈਨ ਫਰਟੀਲਾਈਜੇਸ਼ਨ, ਗਿਵ ਡਿਫਰੈਂਸ ਬਿਟਵੀਨ ਐਕਸਟਰਨਲ ਅਤੇ ਇੰਟਰਨਲ ਫਰਟੀਲਾਈਜੇਸ਼ਨ। ਰਾਈਟ 4 ਚੇਂਜ ਟੇਕ ਪਲੇਸ ਇਨ ਪਿਊਬਰਟੀ। ਪਿਊਬਰਟੀ ਦੀ ਉਮਰ ਦੇ ਵਿੱਚ ਕਿਹੜੇ ਚੇਂਜਸ ਆਉਂਦੇ ਆ? ਜਿਹਦਾ ਹਾਈਟ ਦਾ ਵਧਣਾ, ਠੀਕ ਆ, ਤੁਹਾਡੀ ਗਲੇ ਦੀ ਜਿਹੜੀ ਆਵਾਜ਼ ਆ ਉਹਦੇ ਵਿੱਚ ਚੇਂਜ ਹੋਣਾ, ਤੁਹਾਡੇ ਹੈਂਡਸ ਦੇ ਵਿੱਚ, ਤੁਹਾਡੀ ਲੈਗਸ 'ਤੇ ਜਿੱਦਾਂ ਹੇਅਰ ਅਪੀਅਰ ਹੋਣਾ, ਹੈ ਨਾ। ਅਤੇ ਜਿਹੜਾ ਤੁਹਾਡਾ ਸੁਭਾਅ ਆ, ਜਿਹੜਾ ਤੁਹਾਡਾ ਬਿਹੇਵੀਅਰ ਆ, ਚੇਂਜ ਇਨ ਬਿਹੇਵੀਅਰ, ਠੀਕ ਆ। ਪੇਪਰ ਕੱਪ ਕੈਚਿਜ਼ ਫਾਇਰ ਈਜ਼ਲੀ ਬਟ ਡਜ਼ ਨੋਟ ਬਰਨ ਵੈਨ ਵਾਟਰ ਇਜ਼ ਐਡਡ ਟੂ ਇਟ। ਇਹਦਾ ਰੀਜ਼ਨ ਦੱਸਣਾ ਆ, ਠੀਕ ਹੈ। ਡਿਫਾਈਨ ਫ੍ਰਿਕਸ਼ਨ, ਫ੍ਰਿਕਸ਼ਨ ਕੀ ਹੁੰਦੀ ਹੈ ਅਤੇ ਉਹਦੇ 2 ਮੈਥਡ ਦੱਸੋ ਇਨਕਰੀਜ਼ ਕਰਨ ਦੇ। ਫਿਰ ਹੈਗਾ ਡਿਫਰੈਂਸ ਦੱਸਣਾ ਸੈਕਸ਼ੂਅਲ ਏਸੈਕਸ਼ੂਅਲ ਰਿਪਰੋਡਕਸ਼ਨ ਵਿੱਚ, ਠੀਕ ਹੈ। ਫਿਰ ਨੇਮ ਫੂਡ ਆਈਟਮ ਗੁੱਡ ਫॉर ਅਡੋਲਸੈਂਸ। ਡਿਫਾਈਨ ਬੈਲੈਂਸ ਡਾਇਟ, ਇਹਦਾ ਤੁਹਾਨੂੰ ਪਤਾ ਹੀ ਹੋਣਾ, ਹੈ ਨਾ। ਫ੍ਰਿਕਸ਼ਨ ਇਜ਼ ਨੈਸੈਸਰੀ, ਵੈਲ ਐਕਸਪਲੇਨ ਵਿਦ ਐਗਜ਼ਾਮਪਲ। ਕਿ ਫ੍ਰਿਕਸ਼ਨ ਜਿਹੜੀ ਹੈ ਇਹ ਸਾਡੀ ਦੁਸ਼ਮਣ, ਜਿਹੜੀ ਸਾਡੀ ਜ਼ਰੂਰਤ ਵੀ ਆ ਅਤੇ ਸਾਡੀ ਦੁਸ਼ਮਣ ਵੀ ਆ। ਇਹ ਕਿਵੇਂ ਆ? ਵਾਈ ਡੂ ਇਲੈਕਟ੍ਰੀਸ਼ੀਅਨ ਵੀਅਰ ਰਬੜ ਸ਼ੂਜ਼ ਐਂਡ ਰਬੜ ਗਲਵਜ਼। ਸੋ ਆ ਜਾਣਾ ਕਿ ਰਬੜ ਇਜ਼ ਦਾ ਪੂਅਰ ਕੰਡਕਟਰ, ਜਾਂ ਫਿਰ ਤੁਸੀਂ ਲਿਖ ਲਓ ਇਨਸੂਲੇਟਰ ਆਫ ਇਲੈਕਟ੍ਰੀਸਿਟੀ। ਦੇਅਰ ਫॉर ਇਲੈਕਟ੍ਰੀਸ਼ੀਅਨ ਵੀਅਰ ਰਬੜ ਸ਼ੂਜ਼ ਐਂਡ ਰਬੜ ਗਲਵਜ਼। ਕਹਿੰਦਾ ਡਰੋ ਅ ਲੇਬਲ ਡਾਇਗਰਾਮ ਆਫ ਗੋਲਡ ਲੀਫ ਇਲੈਕਟ੍ਰੋਸਕੋਪ। ਫਿਰ ਹੈਗਾ ਆ ਵਟ ਇਜ਼ ਪੈਂਡਮਿਕ, ਐਨੀ 2 ਪੈਂਡਮਿਕ। ਫਿਰ ਹੈਗਾ ਆ
ਰਾਈਟ ਲਾਅ ਆਫ ਰਿਫਲੈਕਸ਼ਨ ਐਂਡ ਡਰਾ ਡਾਇਗਰਾਮ, ਐਕਸਪਲੇਨ ਵੇਰੀਅਸ ਟਾਈਪ ਆਫ ਕੋਲੇ ਕਿੰਨੇ ਪ੍ਰਕਾਰ ਦੇ ਹੁੰਦੇ ਉਹਦਾ ਦੱਸਣਾ, ਅਤੇ ਵਟ ਇਜ਼ ਅਲਟਰਾਸਾਊਂਡ, ਅਤੇ ਰਾਈਟ 1 ਯੂਜ਼ ਇਨ ਮੈਡੀਕਲ ਟਰੀਟਮੈਂਟ। ਇਹ ਤੁਸੀਂ ਲਿਖ ਲੈਣਾ ਹੈ। ਫਿਰ 3 ਮਾਰਕਸ ਦੇ ਕੁਐਸਚਨ ਆ ਜਿਹਦੇ ਵਿੱਚ ਤੁਹਾਡੇ ਇੰਪੋਰਟੈਂਟ ਕੁਐਸਚਨ ਹੀ ਆ। ਇੱਕ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ ਹਿਊਮਨ ਆਈ, ਠੀਕ ਹੈ। ਰਾਈਟ ਦਾ 3 ਟਿਪਸ ਐਡਵਾਈਜ਼ਡ ਬਾਈ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਟੂ ਸੇਵ ਪੈਟਰੋਲੀਅਮ ਡੀਜ਼ਲ। ਡਿਫਰੈਂਸ ਦੱਸਣਾ ਫਰਟੀਲਾਈਜ਼ਰ ਅਤੇ ਮਨਿਓਰ, ਇਹ ਵੀ ਵੈਰੀ ਇੰਪੋਰਟੈਂਟ ਹੈ ਡਿਫਰੈਂਸ ਵਾਲੇ ਕੁਐਸਚਨ। ਰਾਈਟ 3 ਹਾਰਮਫੁਲ ਇਫੈਕਟ ਆਫ ਬਰਨਿੰਗ ਆਫ ਫੋਸਿਲ ਫਿਊਲ, ਐਕਸਪਲੇਨ ਐਨ ਐਕਟੀਵਿਟੀ ਡੈਟ ਐਟਮੋਸਫੇਅਰ ਐਗਜ਼ਰਟ ਪ੍ਰੈਸ਼ਰ, ਠੀਕ ਹੈ। ਫਿਰ ਹੈਗਾ ਆ ਹਿਊਮਨ ਆਈ ਜੋ ਕਿ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੰਪੋਰਟੈਂਟ ਹੈ, ਕਿਆ ਕਰ ਲਿਓ। ਕੈਨ ਸਾਊਂਡ ਟਰੈਵਲ ਵੈਕਿਊਮ। ਫਿਰ ਹੈਗਾ ਡਿਫਾਈਨ ਫੋਰਸ, ਡਿਫਰੈਂਸ਼ੀਏਟ ਬਿਟਵੀਨ ਕੰਟੈਕਟ ਐਂਡ ਨੋਨ ਕੰਟੈਕਟ ਫੋਰਸ, ਐਕਸਪਲੇਨ ਹਾਊ ਵਰਮੀ ਕੰਪੋਸਟ ਇਜ਼ ਪ੍ਰੀਪੇਅਰਡ, ਅਤੇ ਰਾਈਟ 3 ਕੰਸੀਕੁਐਂਸਿਸ ਆਫ ਡੀਫੋਰੈਸਟੇਸ਼ਨ, ਅਤੇ ਰਾਈਟ 3 ਮੈਥਡ ਆਫ ਰਿਡਿਊਸ ਫ੍ਰਿਕਸ਼ਨ। ਸੋ ਇੰਨਾ ਕੁ ਤੁਹਾਡਾ ਪੇਪਰ ਸੀਗਾ। ਕੁਐਸਚਨਸ ਜਿਹੜੇ ਨੇ ਕੁਐਸਚਨ ਆਨਸਰ ਇਹ ਤੁਸੀਂ ਕਰ ਲੈਣੇ ਆਪਣੇ ਕਾਪੀ ਤੋਂ, ਠੀਕ ਹੈ। ਅਤੇ ਇਹਦੇ ਨਾਲ ਪੇਪਰ ਹੋਇਆ ਕੰਪਲੀਟ 80 ਨੰਬਰ ਦਾ। ਅਤੇ ਜਲਦੀ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਆਲ ਦ ਬੈਸਟ ਸਟੂਡੈਂਟਸ ਤੁਹਾਨੂੰ ਤੁਹਾਡੇ ਐਗਜ਼ਾਮ ਦੇ ਲਈ।